ਅੱਜ ਅਸੀਂ ਕਰਨ ਜਾ ਰਹੇ ਹਾਂ 8ਵੀਂ ਜਮਾਤ ਦਾ ਪਾਠ ਨੰਬਰ 11 ਬਲ ਅਤੇ ਦਾਬ ਫੋਰਸ ਐਂਡ ਪ੍ਰੈਸ਼ਰ ਦਾ ਦੂਜਾ ਭਾਗ ਦਾਬ ਯਾਨੀ ਕਿ ਪ੍ਰੈਸ਼ਰ। ਇਸ ਤੋਂ ਪਹਿਲਾਂ ਅਸੀਂ ਪਹਿਲੇ ਭਾਗ 'ਚ ਪੜ੍ਹ ਚੁੱਕੇ ਹਾਂ ਕਿ ਬਲ ਕੀ ਹੈ। ਕਿਸੇ ਵਸਤੂ ਨੂੰ ਖਿੱਚਣਾ, ਧੱਕਣਾ ਜਾਂ ਚੁੱਕਣਾ ਬਲ ਹੈ। ਕਿਸੇ ਵਸਤੂ 'ਤੇ ਇੱਕ ਹੀ ਦਿਸ਼ਾ ਵਿੱਚ ਲੱਗਣ ਵਾਲੇ ਬਲਾਂ ਦਾ ਕੁੱਲ ਪ੍ਰਭਾਵ ਉਹਨਾਂ ਬਲਾਂ ਦਾ ਜੋੜ ਹੁੰਦਾ ਹੈ। ਕਿਸੇ ਵਸਤੂ 'ਤੇ ਇੱਕ ਦੂਜੇ ਦੇ ਉਲਟ ਦਿਸ਼ਾ ਵਿੱਚ ਲੱਗਣ ਵਾਲੇ ਬਲਾਂ ਦਾ ਕੁੱਲ ਪ੍ਰਭਾਵ ਉਹਨਾਂ ਬਲਾਂ ਵਿਚਲਾ ਅੰਤਰ ਹੁੰਦਾ ਹੈ। ਜੇਕਰ ਕਿਸੇ ਵਸਤੂ 'ਤੇ ਇੱਕ ਦੂਜੇ 'ਤੇ ਉਲਟ ਦਿਸ਼ਾ ਵਿੱਚ ਬਲ ਲੱਗਣ ਤਾਂ ਉਹ ਬਲ ਬਰਾਬਰ ਹੋਣ ਤਾਂ ਉਸ ਬਲ ਦਾ ਕੁੱਲ ਪ੍ਰਭਾਵ ਉਸ ਵਸਤੂ 'ਤੇ ਕੀ ਹੁੰਦਾ ਹੈ? ਸਿਫਰ ਹੁੰਦਾ ਹੈ। ਬਲ ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲਿਆ ਸਕਦਾ ਹੈ। ਬਲ ਕਿਸੇ ਗਤੀਸ਼ੀਲ ਵਸਤੂ ਦੀ ਚਾਲ ਵਿੱਚ ਪਰਿਵਰਤਨ ਕਰ ਸਕਦਾ ਹੈ। ਬਲ ਕਿਸੇ ਗਤੀਸ਼ੀਲ ਵਸਤੂ ਦੀ ਦਿਸ਼ਾ ਵਿੱਚ ਵੀ ਪਰਿਵਰਤਨ ਕਰ ਸਕਦਾ ਹੈ। ਵਸਤੂ ਦੀ ਸ਼ਕਲ ਅਤੇ ਆਕਾਰ ਵਿੱਚ ਵੀ ਬਲ ਪਰਿਵਰਤਨ ਲਿਆ ਸਕਦਾ ਹੈ। ਅਤੇ ਇਸ ਤੋਂ ਇਲਾਵਾ ਅਸੀਂ ਪੜ੍ਹਿਆ ਸੀ ਕਿ ਬਲ ਦੀਆਂ ਕਿਹੜੀਆਂ ਕਿਸਮਾਂ ਸਨ। ਸੋ ਅੱਗੇ ਆਪਾਂ ਦੇਖਾਂਗੇ ਅੱਜ ਦੇ ਭਾਗ ਦੂਜੇ ਵਿੱਚ ਅਸੀਂ ਕੀ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਦਾਬ ਦੀ। ਦਾਬ ਕੀ ਹੈ? ਉਸ ਤੋਂ ਬਾਅਦ ਗੱਲ ਕਰਾਂਗੇ ਦਾਬ ਕਿੱਥੇ ਵਰਤ ਹੁੰਦਾ ਹੈ, ਯਾਨੀ ਕਿ ਐਪਲੀਕੇਸ਼ਨਸ ਆਫ ਪ੍ਰੈਸ਼ਰ। ਫਿਰ ਗੱਲ ਕਰਾਂਗੇ ਦਰਵਾਂ ਦੁਆਰਾ ਲਗਾਇਆ ਗਿਆ ਬਲ ਅਤੇ ਅਖੀਰ 'ਚ ਗੱਲ ਕਰਾਂਗੇ ਵਾਯੂਮੰਡਲੀ ਦਾਬ ਦੀ। ਸੋ ਆਓ ਸ਼ੁਰੂ ਕਰਦੇ ਹਾਂ ਭਾਗ ਦੂਜਾ। ਦਾਬ ਅਸਲ ਵਿੱਚ ਕਿਸੇ ਵਸਤੂ 'ਤੇ ਜਦੋਂ ਬਲ ਉਸ ਦੀ ਲੰਬ ਦਿਸ਼ਾ ਵਿੱਚ ਲੱਗਦਾ ਹੈ ਤਾਂ ਪ੍ਰਤੀ ਇਕਾਈ ਖੇਤਰਫਲ ਲੱਗਣ ਵਾਲੇ ਬਲ ਨੂੰ ਦਾਬ ਕਿਹਾ ਜਾਂਦਾ ਹੈ। ਆਓ ਅਸੀਂ ਇੱਕ ਚਿੱਤਰ ਰਾਹੀਂ ਦੇਖਦੇ ਹਾਂ। ਤੁਸੀਂ ਦੇਖ ਰਹੇ ਹੋ ਕਿ ਇਸ ਸਰਫੇਸ ਦੇ ਉੱਤੇ, ਇਸ ਸਤ੍ਹਾ ਦੇ ਉੱਤੇ ਇੱਕ ਬੇਲਣਾਕਾਰ ਵਸਤੂ ਪਈ ਹੈ। ਇਹ ਇਸ ਸਤ੍ਹਾ ਦੇ ਬਲ ਜਿਹੜੇ ਹੈ ਉਹ ਇਸ ਦਿਸ਼ਾ 'ਚ ਲਗਾ ਰਹੀ ਹੈ। ਇਹ ਬਲ ਦੀ ਦਿਸ਼ਾ ਹੈ ਅਤੇ ਇਹ ਸਾਰੀ ਸਤ੍ਹਾ ਦੇ ਉੱਤੇ ਬਲ ਨਹੀਂ ਲੱਗ ਰਿਹਾ, ਸਿਰਫ ਕਿੰਨੀ ਸਤ੍ਹਾ 'ਤੇ ਲੱਗ ਰਿਹਾ ਹੈ ਜਿੰਨਾ ਇਸ ਵਸਤੂ ਦਾ ਏਰੀਆ ਹੈ, ਭਾਵ ਖੇਤਰਫਲ ਹੈ। ਜਿੰਨਾ ਉੱਤੇ ਇਹਦਾ ਖੇਤਰਫਲ ਹੈ ਉਨਾ ਹੀ ਥੱਲੇ ਹੈ। ਸੋ ਇਹ ਖੇਤਰਫਲ ਹੋ ਗਿਆ ਸਾਡਾ। ਹੁਣ ਪਰਿਭਾਸ਼ਾ ਦੇ ਹਿਸਾਬ ਨਾਲ ਪ੍ਰਤੀ ਇਕਾਈ ਖੇਤਰਫਲ ਲੰਬ ਦਿਸ਼ਾ ਵਿੱਚ ਲੱਗਣ ਵਾਲਾ ਬਲ ਜੋ ਹੁੰਦਾ ਹੈ ਉਹ ਦਾਬ ਯਾਨੀ ਕਿ ਪ੍ਰੈਸ਼ਰ ਅਖਵਾਉਂਦਾ ਹੈ। ਸੋ ਸਾਡੇ ਕੋਲ ਦਾਬ ਬਰਾਬਰ ਹੈ ਬਲ ਬਟਾ ਖੇਤਰਫਲ। ਇਸ ਨੂੰ ਪਰਿਭਾਸ਼ਿਤ ਕਰ ਰਹੇ ਹਾਂ ਅਸੀਂ। ਕਿਸੇ ਇਕਾਈ ਖੇਤਰਫਲ 'ਤੇ ਲੰਬ ਦਿਸ਼ਾ ਵਿੱਚ ਲੱਗਣ ਵਾਲੇ ਬਲ ਨੂੰ ਦਾਬ ਕਿਹਾ ਜਾਂਦਾ ਹੈ। ਇਸ ਤੋਂ ਕੀ ਸਿੱਧ ਹੁੰਦਾ ਹੈ? ਜੇ ਤੁਸੀਂ ਧਿਆਨ ਦਿਓ, ਸਾਡੇ ਕੋਲ ਦਾਬ ਦਾ ਜੋ ਗਣਿਤਕ ਫਾਰਮੂਲਾ ਹੈ, ਗਣਿਤਕ ਸੂਤਰ, ਮੈਥਮੈਟੀਕਲ ਫਾਰਮੂਲਾ, ਉਹ ਹੈ ਬਲ ਬਟਾ ਖੇਤਰਫਲ। ਤੁਸੀਂ ਦੇਖ ਸਕਦੇ ਹੋ ਕਿ ਖੇਤਰਫਲ ਇੱਥੇ ਹਰ ਦੇ ਵਿੱਚ ਹੈ, ਡਿਨੋਮੀਨੇਟਰ ਦੇ ਵਿੱਚ ਹੈ। ਭਾਵ ਜਿੰਨਾ ਖੇਤਰਫਲ ਕਿਸੇ ਵਸਤੂ ਦਾ ਜ਼ਿਆਦਾ ਹੋਏਗਾ ਜਿੱਥੇ ਬਲ ਲੱਗ ਰਿਹਾ ਹੈ ਜਾਂ ਜਿਹੜੀ ਵਸਤੂ ਬਲ ਲਗਾ ਰਹੀ ਹੈ, ਓਨਾ ਹੀ ਦਾਬ ਘੱਟ ਹੋਏਗਾ। ਅਤੇ ਜੇਕਰ ਖੇਤਰਫਲ ਘੱਟ ਹੋਏਗਾ ਦਾਬ ਜ਼ਿਆਦਾ ਹੋਏਗਾ। ਸੋ ਆਓ ਅਸੀਂ ਇੱਕ ਛੋਟੀ ਜਿਹੀ ਉਦਾਹਰਨ ਲੈ ਕੇ ਦੇਖਦੇ ਹਾਂ। ਮੰਨ ਲਓ ਕਿਸੇ ਵਸਤੂ 'ਤੇ ਲੱਗ ਰਿਹਾ ਬਲ ਜੋ ਹੈ, ਸਾਨੂੰ ਪਤਾ ਹੈ ਦਾਬ ਬਰਾਬਰ ਹੈ ਬਲ ਬਟਾ ਖੇਤਰਫਲ। ਇਹ ਬਲ ਬਟਾ ਖੇਤਰਫਲ। ਮੰਨ ਲਓ ਕਿਸੇ ਵਸਤੂ 'ਤੇ 10 ਇਕਾਈਆਂ ਬਲ ਲਗਾ ਰਿਹਾ ਹੈ ਅਤੇ ਜੇ ਉਸ ਵਸਤੂ ਦਾ ਖੇਤਰਫਲ ਜਿਹਦੇ 'ਤੇ ਬਲ ਲੱਗ ਰਿਹਾ ਹੈ ਉਹ 5 ਇਕਾਈਆਂ ਹੋਣ ਤਾਂ ਸਾਡੇ ਕੋਲ ਉੱਤਰ ਕਿੰਨਾ ਆ ਜਾਏਗਾ? 10 ਬਟਾ 5। 10 ਡਿਵਾਈਡਡ ਬਾਈ 5 ਇਜ਼ 2। ਸੋ 2 ਜਿਹੜਾ 2 ਇਕਾਈਆਂ ਦਾਬ ਲੱਗੇਗਾ। ਹੁਣ ਅਸੀਂ ਦੇਖਦੇ ਹਾਂ, ਅਸੀਂ ਖੇਤਰਫਲ ਬਦਲਦੇ ਹਾਂ। ਮੰਨ ਲਵੋ, ਸਪੋਜ਼ ਕਰੋ ਕਿ ਬਲ ਓਨਾ ਹੀ ਲੱਗ ਰਿਹਾ ਹੈ 10 ਇਕਾਈ
ਤੇ ਜਿਹੜਾ ਖੇਤਰਫਲ ਹੈ 5 ਇਕਾਈਆਂ ਤੋਂ ਘਟਾ ਕੇ ਉਹਨੂੰ ਆਪਾਂ 4 ਇਕਾਈਆਂ ਕਰਤਾ ਹੈ। ਸੋ ਖੇਤਰਫਲ ਘਟ ਗਿਆ ਹੈ। तो साढ़े को आंसर क्या आएगा 10 डिवाइड बाई 4 इज़ 2.5। तो इत्थे तुसीं देख रहे हो कि जो दो ਪਹਿਲਾਂ ਇਕਾਈਆਂ 2 ਇਕਾਈਆਂ ਦਾਬ ਸੀ, ਜਦੋਂ ਖੇਤਰਫਲ ਨੂੰ ਘਟਾਇਆ ਗਿਆ 4 ਕੀਤਾ ਗਿਆ ਤਾਂ ਉਹ ਵੱਧ ਕੇ ਦਾਬ ਕੀ ਹੋ ਗਿਆ 2.5 2.5 ਇਕਾਈਆਂ ਖੇਤਰਫਲ ਦਾਬ ਆ ਗਿਆ ਸਾਡੇ ਕੋਲ। ਇਸ ਤੋਂ ਇਹ ਸਿੱਧ ਹੁੰਦਾ ਕਿ ਜਦੋਂ ਖੇਤਰਫਲ ਘਟਦਾ ਹੈ ਤੇ ਦਾਬ ਵੱਧਦਾ ਹੈ, ਤੇ ਜਾਂ ਫਿਰ ਖੇਤਰਫਲ ਜਦੋਂ ਵੱਧਦਾ ਹੈ ਤੇ ਦਾਬ ਘਟਦਾ ਹੈ। ਆਓ ਅਸੀਂ ਅਗਲੀਆਂ ਉਦਾਹਰਨਾਂ ਵਿੱਚ ਦੇਖਦੇ ਹਾਂ। ਇਸ ਤੋਂ ਬਿਲਕੁਲ ਕਲੀਅਰ ਹੋ ਜਾਏਗਾ ਤੁਹਾਨੂੰ। ਦਾਬ ਦੀਆਂ ਜਿਹੜੀਆਂ ਐਪਲੀਕੇਸ਼ਨਸ ਆਫ ਪ੍ਰੈਸ਼ਰ। ਸਭ ਤੋਂ ਪਹਿਲਾਂ ਤੁਸੀਂ ਬੇਟਾ ਦੇਖਿਆ ਹੋਵੇਗਾ ਕਿ ਇਹ ਚਾਕੂ ਦਿਖਾਇਆ ਗਿਆ ਹੈ ਚਿੱਤਰ ਵਿੱਚ, ਕਿ ਚਾਕੂ ਦਾ ਜਿਸ ਸਿਰੇ ਨਾਲ ਅਸੀਂ ਕੋਈ ਵੀ ਚੀਜ਼ ਕੱਟਦੇ ਹਾਂ, ਕੋਈ ਵਸਤੂ ਨੂੰ ਕੱਟਦੇ ਹਾਂ, ਉਹਦਾ ਮੂੰਹ ਤਿੱਖਾ ਕਿਉਂ ਹੁੰਦਾ ਹੈ? ਉਹ ਸਤ੍ਹਾ ਤਿੱਖੀ ਕਿਉਂ ਹੁੰਦੀ ਹੈ? ਉਹ ਇਸ ਲਈ ਤਿੱਖੀ ਹੁੰਦੀ ਹੈ, ਇਹ ਸਤ੍ਹਾ ਤੁਸੀਂ ਦੇਖ ਰਹੇ ਹੋ, ਇਹ ਸਾਡੇ ਕੋਲ ਇਸ ਲਈ ਤਿੱਖੀ ਹੈ ਕਿ ਖੇਤਰਫਲ ਘਟ ਜਾਵੇ। ਜਿਹੜੀ ਵਸਤੂ ਨੂੰ ਕੱਟਣਾ ਹੈ ਇਹ ਖੇਤਰਫਲ ਘੱਟ ਹੋਵੇਗਾ ਤੇ ਪਿਛਲੇ ਆਪਾਂ ਜੋ ਸਟੱਡੀ ਕੀਤਾ ਹੈ ਉਹਦੇ ਹਿਸਾਬ ਨਾਲ ਦਾਬ ਵੱਧ ਲੱਗੇਗਾ। तो बल उन्ना ही लगाते हुए आराम नाल असीं किसी वस्तु नूं कट सकते हाँ। तो तुसीं देख रहे हो कि तुसीं घरां विच भी कदी नोट किया है, जेकर किसी चाकू की सतह ज़्यादा तिखी ना होवे, भाव वो पतली ना होवे, तां खेत्रफल वध हुंदा है, जिहदे करके दाब ज़्यादा नहीं लगा पाउंदे ते वो सब्जियां या फलों नूं चंगी तरह नहीं कटदा। तो एक होर उदाहरण लैंदे हाँ। तुसीं देखिया होवेगा कि कदी तुसीं कंध विच या किसी लकड़ विच आयरन लेन नूं लोहे के किल नूं ठोकदे हुए देखिया होवेगा किसी नूं, या आप भी कदी ये कोशिश की होवेगी। हुण तुसीं इत्थे देख रहे हो चित्र विच, इहदे विच जिहड़ा आयरन नेल है उहदा नीचे वाला भाग ये बिल्कुल तिखा है, इहदा खेत्रफल घट है, और असीं देखा है कि खेत्रफल घटेगा तो दाब बढ़ेगा। तो इसलिए आप तिखे वाला पासा जो है वो जिहदी भी वस्तु विच आपां इहनूं ठोकना है किल नूं लकड़ विच या दीवार विच, वो तिखे वाला पासा उस सतह के उत्ते रख के दूजे पासियों हथौड़े नाल सट मारते हाँ। इस नाल की हुंदा है कि खेत्रफल घट होने करके दाब ज़्यादा लगता है तो वो आसानी नाल उस वस्तु विच ठुक जाता है। एक होर उदाहरण बहुत वधिया देखते हैं आपां। तुसीं सारे बैग विच किताबां पा के कापियां पा के स्कूल जाते हो। ये बैग तुसीं देख रहे हो, इहनूं ध्यान नाल देखो, इहदियां तड़ियां जिहड़ियां हन इहदे ते गौर करो। हुण इहदियां तड़ियां जो हन साडे कोल, इहदी चौड़ाई नूं अंदाज़न नोट करो। ते एक दूसरे चित्र विच एक होर बैग आपां देखदे हां, इहदी तणियां दी चौड़ाई नूं नोट करो। ये दोवां विच कोई फर्क लग रहा है तुहानूं? जी हाँ। पहले वाला चित्र है जिस बैग दीयां तणियां नीलियां हन, वो तणियां चौड़ियां हन, ते दूजे बैग दीयां तणियां जो हन वो पतलियां हन। हुण मान लवो तुसीं ये दोवें बैग बारी बारी बदल बदल के एक दिन एक बैग तो दूजे दिन दूसरा बैग स्कूल लैके जाते हो, तो किताबों का भार उन्ना ही है, मतलब कि साडा बल जो है तुहाडा लगेगा पिठ ते, वो मान लो 10 इकाइयां है, 100 इकाइयां है, कुछ भी मान सकते हैं असी। तो हुण ये तणियां जो हैं जो तुहाडे मोढियां ते टिकणगियां, उन्हां दे विच दोवां 'च फर्क है। तुहाडा बल तो उन्ना ही लगेगा, पर खेत्रफल नीले वाले बैग जिहड़ी नीलियां तणियां हन ਉਹਦਾ ਖੇਤਰਫਲ ज़्यादा है। ਖੇਤਰਫਲ ਵੱਧ ਗਿਆ, ਭਾਵ ਆਪਾਂ ਕੀ ਪੜਿਆ ਸੀ, ਦਾਬ ਬਰਾਬਰ ਬਲ ਵਟਾ ਖੇਤਰਫਲ, ਖੇਤਰਫਲ ਵੱਧ ਗਿਆ, ਦਾਬ ਘਟ ਗਿਆ। ਸੋ ਇਸ ਬੈਗ ਦੇ ਵਿੱਚ ਤੁਹਾਡਾ ਜਿਹੜਾ ਦਾਬ ਹੈ ਉਹ ਘੱਟ ਲੱਗੇਗਾ, ਤੁਹਾਡੇ ਪਿੱਠ ਤੇ ਤੁਹਾਨੂੰ ਮੋਢਿਆਂ ਤੇ ਦਾਬ ਘੱਟ ਮਹਿਸੂਸ ਹੋਏਗਾ, ਪ੍ਰੈਸ਼ਰ। ਪਰ ਇਸ ਬੈਗ ਦੇ ਵਿੱਚ ਜਿਹਦੀਆਂ ਤਣੀਆਂ ਪਤਲੀਆਂ ਹਨ, ਖੇਤਰਫਲ ਘਟ ਗਿਆ ਤੇ ਦਾਬ ਵੱਧ ਜਾਏਗਾ, तो ਤੁਹਾਨੂੰ ਦਾਬ ਜਾਣੀ ਕਿ ਪ੍ਰੈਸ਼ਰ ਆਪਣੇ ਮੋਢਿਆਂ ਤੇ ज़्यादा महसूस होएगा।
ਸੋ ਇਹ ਵੀ ਫਰਕ ਪੈਂਦਾ ਹੈ। ਸੋ ਇਸ ਤੋਂ ਇਲਾਵਾ ਵੀ ਤੁਸੀਂ ਬਹੁਤ ਸਾਰੀਆਂ ਐਪਲੀਕੇਸ਼ਨਸ ਸੋਚ ਸਕਦੇ ਹੋ ਅਤੇ ਉਹਨਾਂ ਬਾਰੇ ਵਿਚਾਰ ਕਰ ਸਕਦੇ ਹੋ। ਸੋ ਇਹ ਸੀ ਬੇਟਾ ਦਾਬ ਦੀਆਂ ਐਪਲੀਕੇਸ਼ਨਸ। ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਕਿ ਦਰਵ ਅਤੇ ਗੈਸਾਂ ਦੀ। ਦਰਵ ਅਤੇ ਗੈਸਾਂ ਭਾਵ ਫਲੂਇਡਸ ਭਾਵ ਜੋ ਪਦਾਰਥ ਵਹਿ ਸਕਣ ਅਤੇ ਜਿਨ੍ਹਾਂ ਦਾ ਆਕਾਰ ਜੋ ਹੈ ਉਹ ਨਿਸ਼ਚਿਤ ਯਾਨੀ ਕਿ ਇੱਕੋ ਜਿਹਾ ਨਾ ਹੋਵੇ, ਸਥਿਰ ਨਾ ਹੋਵੇ। ਸੋ ਇਹਨਾਂ ਨੂੰ ਆਪਾਂ ਫਲੂਇਡਸ ਦੀ ਕੈਟਾਗਰੀ 'ਚ ਰੱਖਦੇ ਹਾਂ। ਆਓ ਦੇਖਦੇ ਹਾਂ ਕਿ ਦਰਵਾਂ ਵਿੱਚ ਦਰਵ ਅਤੇ ਗੈਸ ਕਿਸੇ ਬਰਤਨ ਵਿੱਚ ਉਹਦੇ ਵੱਖ-ਵੱਖ ਭਾਗਾਂ 'ਤੇ ਕਿਸ ਤਰ੍ਹਾਂ ਦਾਬ ਲਗਾਉਂਦੇ ਹਨ। ਪਹਿਲੇ ਕੇਸ ਵਿੱਚ ਇੱਥੇ ਦਿੱਤਾ ਗਿਆ ਹੈ ਕਿ ਦਰਵ ਜਾਂ ਗੈਸਾਂ ਕਿਸੇ ਬਰਤਨ ਦੇ ਤਲੇ 'ਤੇ ਦਾਬ ਲਗਾਉਂਦੇ ਹਨ ਜਾਂ ਲਗਾਉਂਦੀਆਂ ਹਨ। ਇਹਦੇ ਲਈ ਅਸੀਂ ਦਰਵਾਂ ਦੀ ਇੱਕ ਉਦਾਹਰਨ ਲੈਂਦੇ ਹਾਂ। ਬਹੁਤ ਹੀ ਵਧੀਆ ਉਦਾਹਰਨ ਹੈ। ਇਹ ਕਿਰਿਆ ਸਕੂਲ ਵਿੱਚ ਤੁਸੀਂ ਕਰਕੇ ਵੀ ਦੇਖ ਸਕਦੇ ਹੋ, ਇਹ ਘਰ ਵਿੱਚ ਵੀ ਚਾਹੋ ਤਾਂ ਕਰਕੇ ਦੇਖ ਸਕਦੇ ਹੋ। ਇਸ ਚਿੱਤਰ ਨੂੰ ਬੇਟਾ ਧਿਆਨ ਨਾਲ ਦੇਖੋ। ਇਹਦੇ ਵਿੱਚ ਪਹਿਲਾ ਚਿੱਤਰ ਜੋ ਹੈ, ਇੱਥੇ ਇੱਕ ਪਾਈਪ ਲਿਆ ਹੈ, ਪਾਰਦਰਸ਼ੀ ਪਾਈਪ, ਅਤੇ ਇਹਦੇ ਨੀਚੇ ਥੱਲੇ ਪਾਸੇ ਗੁਬਾਰਾ ਬੰਨ੍ਹ ਲਿਆ ਹੈ। ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਪਾਈਪ ਦਾ ਦੋਨਾਂ ਮੂੰਹ ਖੁੱਲ੍ਹੇ ਹੋਣ ਦੋਨੋਂ ਪਾਸਿਓਂ। ਤੋਂ ਥੱਲੇ ਵਾਲੇ ਭਾਗ 'ਚ ਗੁਬਾਰਾ ਬੰਨ੍ਹ ਲਿਆ, ਪਾਈਪ ਲਿਆ, ਪਾਈਪ ਪਾਰਦਰਸ਼ੀ ਹੈ। ਪਾਰਦਰਸ਼ੀ ਹੀ ਪਾਈਪ ਕਿਉਂ ਲਿਆ ਹੈ? ਕਿਉਂਕਿ ਇਹਦੇ ਵਿੱਚ ਆਪਾਂ ਪਾਣੀ ਪਾਉਣਾ ਹੈ ਅਤੇ ਪਾਣੀ ਦਾ ਲੈਵਲ ਜੋ ਹੈ ਸਾਨੂੰ ਪਤਾ ਲੱਗਦਾ ਰਹੇ ਕਿੰਨਾ ਹੈ। ਤੋ ਦੂਸਰੇ ਚਿੱਤਰ ਵਿੱਚ ਕੀ ਕੀਤਾ, ਇਹਦੇ 'ਚ ਥੋੜ੍ਹਾ ਪਾਣੀ ਪਾਇਆ, ਤੋ ਪਾਣੀ ਪਾਉਣ ਨਾਲ ਕੀ ਹੋਇਆ ਕਿ ਗੁਬਾਰਾ ਫੁੱਲਣਾ ਸ਼ੁਰੂ ਹੋ ਗਿਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਦਰਵ ਜੋ ਹਨ ਉਹ ਕਿਸੇ ਬਰਤਨ ਦੇ ਤਲੇ 'ਤੇ ਭਾਵ ਉਹਦੇ ਬੇਸ ਦੇ ਉੱਤੇ ਕੀ ਲਗਾਉਂਦੇ ਹਨ, ਦਾਬ ਲਗਾਉਂਦੇ ਹਨ, ਪ੍ਰੈਸ਼ਰ ਲਗਾਉਂਦੇ ਹਨ। ਤੁਸੀਂ ਦੇਖ ਸਕਦੇ ਹੋ ਕਿ ਗੁਬਾਰਾ ਥੋੜ੍ਹਾ ਜਿਹਾ ਫੁੱਲਿਆ ਹੈ। ਔਰ ਪਾਣੀ ਦਾ ਲੈਵਲ ਵੀ ਨੋਟ ਕਰ ਸਕਦੇ ਹੋ। ਇੱਥੇ ਪਾਣੀ ਦਾ ਲੈਵਲ ਜੋ ਹੈ ਉਹ ਲਗਭਗ ਇੰਨਾ ਹੈ। ਹੁਣ ਅਸੀਂ ਇਹ 'ਚ ਪਾਣੀ ਹੋਰ ਪਾਉਂਦੇ ਹਾਂ। ਤੀਸਰੇ ਚਿੱਤਰ ਵਿੱਚ ਪਾਣੀ ਨੂੰ ਵਧਾਇਆ ਗਿਆ ਹੈ। ਹੁਣ ਪਾਣੀ ਨੂੰ ਜੇ ਤੁਸੀਂ ਵਧਾ ਦਿੰਦੇ ਹੋ ਤਾਂ ਕੀ ਹੋਇਆ, ਨੋਟ ਕੀਤਾ ਹੈ ਤੁਸੀਂ, ਦੇਖ ਰਿਹਾ ਹੈ ਕਿ ਗੁਬਾਰਾ ਜੋ ਹੈ ਉਹ ਹੋਰ ਜ਼ਿਆਦਾ ਫੁੱਲ ਗਿਆ ਹੈ। ਭਾਵ ਜ਼ਿਆਦਾ ਗੁਬਾਰਾ ਫੁੱਲਿਆ ਦਾ ਭਾਵ ਕੀ ਹੈ, ਜ਼ਿਆਦਾ ਪ੍ਰੈਸ਼ਰ ਭਾਵ ਜ਼ਿਆਦਾ ਦਾਬ। ਸੋ ਇੱਥੋਂ ਇਹ ਵੀ ਸਿੱਧ ਹੁੰਦਾ ਹੈ, ਕੀ ਸਿੱਧ ਹੁੰਦਾ ਹੈ ਕਿ ਦਰਵ ਕਿਸੇ ਬਰਤਨ 'ਤੇ ਤਲੇ 'ਤੇ ਦਾਬ ਲਗਾਉਂਦੇ ਹਨ ਅਤੇ ਦਰਵ ਦੇ ਕਾਲਮ ਦੀ ਉਚਾਈ 'ਤੇ ਨਿਰਭਰ ਕਰਦਾ ਹੈ। ਉਹ ਕਾਲਮ ਦੀ ਉਚਾਈ ਕੀ ਹੋ ਗਈ ਸਾਡੇ ਕੋਲ, ਜਿੰਨਾ ਪਾਣੀ ਹੈ ਉਹਦੇ 'ਚ। ਸੋ ਜਿਸ ਪੁਆਇੰਟ ਤੋਂ ਜਿੱਥੇ ਦਾਬ ਲੱਗ ਰਿਹਾ ਹੈ, ਇੱਥੇ ਥੱਲੇ ਦਾਬ ਲੱਗ ਰਿਹਾ ਹੈ, ਔਰ ਪਾਣੀ ਹੁਣ ਇੱਥੇ ਤੱਕ ਹੈ, ਤਾਂ ਇਹ ਕਾਲਮ ਹੋ ਗਿਆ ਸਾਰਾ ਤੁਹਾਡਾ। ਤਾਂ ਇਹ ਦਰਵ ਦਾ ਕਾਲਮ ਹੋ ਗਿਆ। ਦੂਸਰੇ ਚਿੱਤਰ ਵਿੱਚ ਦਰਵ ਦਾ ਕਾਲਮ ਜਿਹੜਾ ਸੀ ਉਹ ਘੱਟ ਸੀ ਉਚਾਈ, ਇਹ 'ਚ ਤਾਂ ਕਰਕੇ ਦਾਬ ਘੱਟ ਲੱਗਿਆ। ਅਤੇ ਲਾਸਟ ਵਾਲੇ ਚਿੱਤਰ 'ਚ ਦਾਬ ਜ਼ਿਆਦਾ ਲੱਗਿਆ ਕਿਉਂਕਿ ਕਾਲਮ ਦੀ ਉਚਾਈ, ਦਰਵ ਦੇ ਕਾਲਮ ਦੀ ਉਚਾਈ ਵੱਧ ਗਈ, ਦਰਵ ਵੱਧ ਗਿਆ। ਅਤੇ ਪਹਿਲੇ ਚਿੱਤਰ ਵਿੱਚ ਤਾਂ ਦਰਵ ਹੈ ਹੀ ਨਹੀਂ ਸੀ, ਪਾਣੀ ਵਗੈਰਾ ਕੁਛ ਵੀ। ਦਰਵ ਜ਼ਰੂਰੀ ਨਹੀਂ ਆ ਪਾਣੀ ਹੀ ਹੋਵੇ, ਹੋਰ ਵੀ ਦਰਵ ਹੋ ਸਕਦਾ ਹੈ, ਪਰ ਇਹ ਸਾਨੂੰ ਸਸਤਾ ਮਿਲ ਜਾਂਦਾ ਹੈ ਤਾਂ ਜੋ ਆਪਾਂ ਪਾਣੀ ਹੀ ਵਰਤਿਆ ਹੈ। ਸੋ ਆਪਾਂ ਇੱਥੋਂ ਇਹ ਸਿੱਖਿਆ ਕਿ ਦਰਵ ਕਿਸੇ ਬਰਤਨ ਦੇ ਤਲੇ 'ਤੇ ਦਾਬ ਲਾਉਂਦੇ ਹਨ ਅਤੇ ਇਹ ਦਾਬ ਜੋ ਹੈ ਉਹ ਦਰਵ ਦੇ ਕਾਲਮ ਦੀ ਉਚਾਈ 'ਤੇ ਨਿਰਭਰ ਕਰਦਾ ਹੈ। ਅਗਲੇ ਵਿੱਚ ਦੇਖਾਂਗੇ ਆਪਾਂ ਕਿ ਦਰਵ ਅਤੇ ਗੈਸਾਂ ਕਿਸੇ ਬਰਤਨ ਦੀਆਂ ਦੀਵਾਰਾਂ 'ਤੇ ਦਾਬ ਲਾਉਂਦੇ ਹਨ। ਹੁਣ ਦੀਵਾਰਾਂ ਦੀ ਗੱਲ ਕਰੀਏ, ਜੇ ਤੁਸੀਂ ਇੱਕ ਬੋਤਲ ਲੈ ਕੇ ਉਹਦੇ ਸਾਈਡ 'ਤੇ ਸ਼ੇਕ ਕਰ ਲਓ, ਜਿੱਦਾਂ ਇਹ ਚਿੱਤਰ ਦਿਖਾਇਆ ਗਿਆ ਹੈ। ਸਾਈਡ 'ਤੇ ਸ਼ੇਕ ਕਰਕੇ ਉਹਦੇ 'ਚ ਇੱਕ ਪਲਾਸਟਿਕ ਦੀ ਪਾਈਪ ਨੂੰ ਕਿਸ ਤਰ੍ਹਾਂ ਫਿਕਸ ਕਰ ਲੈਣਾ ਹੈ ਅਤੇ ਉਹਦੇ ਮੂੰਹ ਦੇ ਉੱਤੇ ਇੱਕ ਗੁਬਾਰਾ ਲਪੇਟ ਦੇਣਾ ਹੈ ਔਰ ਉਹਨੂੰ ਬੰਨ੍ਹ ਦੇਣਾ ਹੈ ਚੰਗੀ ਤਰ੍ਹਾਂ। ਪਹਿਲੇ ਚਿੱਤਰ ਵਿੱਚ ਇਹ ਆਪਾਂ ਤਿਆਰੀ ਕਰ ਲਈ ਹੈ ਵੈਜ਼ਲ ਦੀ, ਭਾਂਡੇ ਦੀ ਆਪਣੇ ਦੀ। ਇਹਦੇ 'ਤੇ ਆਪਾਂ ਕਿਸੇ ਵੀ ਬੋਤਲ ਨੂੰ, ਪਲਾਸਟਿਕ ਦੀ ਬੋਤਲ ਵਗੈਰਾ ਲੈ ਸਕਦੇ ਹੋ ਪੁਰਾਣੀ। ਦੂਸਰੇ ਚਿੱਤਰ ਵਿੱਚ ਇਹਦੇ 'ਚ ਪਾਣੀ ਪਾਇਆ ਹੈ। ਪਾਣੀ ਪਾਉਣ ਨਾਲ ਕੀ ਹੋਇਆ, ਸਾਡੇ ਕੋਲ ਗੁਬਾਰਾ ਫੁੱਲ ਗਿਆ। ਤੋ ਇਸ ਤੋਂ ਕੀ ਸਿੱਧ ਹੁੰਦਾ ਹੈ, ਗੁਬਾਰਾ ਕਿੱਥੇ ਹੈ, ਸਾਈਡ 'ਤੇ ਹੈ, ਬਰਤਨ ਦੇ ਸਾਈਡ 'ਤੇ। ਸੋ ਇਸ ਤੋਂ ਕੀ ਸਿੱਧ ਹੁੰਦਾ ਹੈ ਕਿ ਦਰਵ ਬਰਤਨ ਦੀਆਂ ਦੀਵਾਰਾਂ 'ਤੇ ਦਾਬ ਲਗਾਉਂਦੇ ਹਨ। ਅਗਲਾ ਚਿੱਤਰ ਦੇਖਦੇ ਹਾਂ। ਅਗਲੇ ਚਿੱਤਰ 'ਚ ਅਸੀਂ ਬੋਤਲ ਦੇ ਵਿੱਚ ਸ਼ਰਾਬ ਕੱਢੇ ਹਨ, ਸ਼ੇਕ ਕੱਢੇ ਹਨ। ਵੀ ਮੇਕ ਸਮ ਹੋਲਸ ਇਨ ਦੀ ਬੋਟਲ। ਸੋ ਤੁਸੀਂ ਦੇਖ ਸਕਦੇ ਹੋ ਜੋ ਸ਼ੇਕ ਹਨ
ਇੱਕੋ ਲੈਵਲ 'ਤੇ ਹਨ, ਭਾਵ ਇੱਕੋ ਡੂੰਘਾਈ 'ਤੇ ਹਨ। ਜੇ ਆਪਾਂ ਉੱਪਰੋਂ ਗੱਲ ਕਰੀਏ, ਕਾਲਮ ਨੂੰ ਉੱਪਰੋਂ ਨਾਪਣਾ ਹੈ ਆਪਾਂ, ਤੋ ਸਾਰੇ ਜੋ ਛੇਕਾਂ ਦੀ ਡੂੰਘਾਈ ਹੈ ਉਹ ਇੱਕੋ ਲੈਵਲ 'ਤੇ ਹਨ। ਤੋ ਪਾਣੀ ਜੋ ਬਾਹਰ ਆ ਰਿਹਾ ਹੈ ਉਹ ਇੱਕੋ ਲੈਵਲ 'ਤੇ ਆ ਰਿਹਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਦਰਵ ਵੱਖ-ਵੱਖ ਜੋ ਪੁਆਇੰਟ ਹੁੰਦੇ ਹਨ, ਜੋ ਬਿੰਦੂ ਹੁੰਦੇ ਹਨ, ਜੋ ਇੱਕੋ ਡੂੰਘਾਈ 'ਤੇ ਮੌਜੂਦ ਹੁੰਦੇ ਹਨ, ਉਹਨਾਂ 'ਤੇ ਇੱਕੋ ਜਿਹਾ ਦਾਬ ਲਗਾਉਂਦੇ ਹਨ। ਤੋ ਇਸ ਤੋਂ ਅੱਗੇ ਵੀ ਦੇਖਦੇ ਹਾਂ, ਇਸ ਤੋਂ ਜ਼ਿਆਦਾ ਕਲੈਰਿਟੀ ਹੋਏਗੀ ਅਗਲੇ ਚਿੱਤਰ ਵਿੱਚ। ਤੁਸੀਂ ਦੇਖ ਰਹੇ ਹੋ ਇਸ ਵੈਜ਼ਲ ਦੇ ਵਿੱਚ ਵੀ, ਇਸ ਬਰਤਨ ਦੇ ਵਿੱਚ ਆਪਾਂ ਲਿਕੁਇਡ ਲਿਆ ਹੈ ਕੋਈ, ਤੋ ਪਾਣੀ ਵਗੈਰਾ। ਇਹਦੇ ਵਿੱਚ ਆਪਾਂ 3 ਹੋਲ ਕੀਤੇ ਹੋਏ ਆ। ਜਿਹੜੇ 3 ਹੋਲ ਹਨ ਉਹਨਾਂ 'ਚੋਂ ਪਾਣੀ ਬਾਹਰ ਆ ਰਿਹਾ ਹੈ। ਤੋ ਪਾਣੀ ਤੁਸੀਂ ਦੇਖ ਸਕਦੇ ਹੋ, ਜਿਹੜਾ ਸਭ ਤੋਂ ਥੱਲੇ ਹੋਲ ਹੈ ਉਹਦੇ 'ਚ ਪਾਣੀ ਦਾ ਲੈਵਲ ਜਿਹੜਾ ਡਿੱਗ ਰਿਹਾ ਹੈ ਉਹ ਕਾਫੀ ਦੂਰ ਤੱਕ ਡਿੱਗ ਰਿਹਾ ਹੈ। ਉਸ ਤੋਂ ਉੱਪਰ ਵਾਲੇ ਹੋਲ 'ਚ ਪਾਣੀ ਥੋੜ੍ਹਾ ਘੱਟ ਦੂਰ ਗਿਆ, ਅਤੇ ਸਭ ਤੋਂ ਉੱਪਰ ਵਾਲੇ ਹੋਲ 'ਚੋਂ ਪਾਣੀ ਸਭ ਤੋਂ ਘੱਟ ਦੂਰ ਗਿਆ, ਮਤਲਬ ਨੇੜੇ ਹੀ ਡਿੱਗ ਗਿਆ ਉਹ। ਤੋ ਇੱਥੋਂ ਪਹਿਲੀ, ਇਸ ਤੋਂ ਪਿੱਛੇ ਵਾਲੇ ਜੇ ਗੱਲ ਕੀਤੀ ਸੀ ਆਪਾਂ, ਜਦੋਂ ਦਰਵ ਤਲੇ 'ਤੇ ਦਾਬ ਲਗਾਉਂਦੇ ਹਨ ਉਹਦੀ ਗੱਲ ਕੀਤੀ ਸੀ, ਤਾਂ ਉੱਥੋਂ ਵੀ ਇਹ ਸਿੱਧ ਹੋਇਆ ਸੀ ਕਿ ਦਰਵ ਜੋ ਹੈ ਉਹਨਾਂ ਦਾ ਦਾਬ ਕਿਸੇ ਬਰਤਨ ਦੇ ਉੱਤੇ ਉਹਦੀ ਕਾਲਮ ਦੀ, ਦਰਵ ਦੀ ਕਾਲਮ ਦੀ ਉਚਾਈ 'ਤੇ ਨਿਰਭਰ ਕਰਦਾ ਹੈ। ਤੋ ਇੱਥੇ ਵੀ ਇਹੀ ਸਾਬਤ ਹੁੰਦਾ ਹੈ। ਦੇਖੋ ਤੁਸੀਂ, ਇਸ ਪੁਆਇੰਟ ਤੋਂ ਸਾਡਾ ਜਿਹੜਾ ਦਰਵ ਦਾ ਕਾਲਮ, ਭਾਵ ਜਿੱਥੇ ਤੱਕ ਦਰਵ ਦਾ ਲੈਵਲ ਹੈ, ਇਹ ਉਚਾਈ ਜ਼ਿਆਦਾ ਹੈ ਜਾਂ ਕਹਿ ਲਓ ਗਹਿਰਾਈ ਜ਼ਿਆਦਾ ਹੈ। ਸੋ ਇੱਥੇ ਸਭ ਤੋਂ ਜ਼ਿਆਦਾ ਦਾਬ ਲੱਗ ਰਿਹਾ ਤਾਂ ਜੋ ਪਾਣੀ ਦੂਰ ਤੱਕ ਡਿੱਗ ਰਿਹਾ ਹੈ। ਅਤੇ ਦੂਜੇ ਪਾਸੇ ਜੇ ਆਪਾਂ ਸਭ ਤੋਂ ਉੱਪਰਲੇ ਪੁਆਇੰਟ ਦੀ ਗੱਲ ਕਰੀਏ, ਇੱਥੇ ਦੀ ਜਿਹੜੀ ਸਭ ਤੋਂ ਉੱਪਰਲੇ ਪੁਆਇੰਟ ਦੀ ਡੂੰਘਾਈ ਜਾਂ ਗਹਿਰਾਈ ਘੱਟ ਹੈ ਸਭ ਤੋਂ, ਇਸ ਕਰਕੇ ਉੱਥੇ ਇਸ ਬਿੰਦੂ 'ਤੇ ਦਾਬ ਸਭ ਤੋਂ ਘੱਟ ਲੱਗ ਰਿਹਾ ਹੈ ਅਤੇ ਪਾਣੀ ਸਭ ਤੋਂ ਹੇਠ ਡਿੱਗ ਰਿਹਾ ਹੈ। ਇਹ ਇਸ ਬਿੰਦੂ 'ਤੇ ਦਾਬ, ਇਹਨਾਂ ਤਿੰਨਾਂ ਵਿੱਚੋਂ ਆਪਾਂ ਕੰਪੈਰੀਜ਼ਨ ਕੀਤਾ। ਵੈਸੇ ਇਹ ਬਿੰਦੂ ਉਹ ਬਿੰਦੂ ਨਹੀਂ ਹੈ ਜਿਹੜਾ ਇਸ ਕਾਲਮ ਦੇ ਵਿੱਚ ਸਭ ਤੋਂ ਘੱਟ ਦਾਬ ਲੱਗ ਰਿਹਾ ਹੈ। ਉਹ ਬਿੰਦੂ ਕਿਹੜਾ ਹੋਏਗਾ ਬੱਚੇ, ਉਹ ਦੱਸ ਸਕਦੇ ਹੋ? ਜੀ ਹਾਂ, ਸਭ ਤੋਂ ਉੱਪਰ ਵਾਲਾ, ਬਿਲਕੁਲ ਟੌਪ 'ਤੇ ਜਿਹੜਾ ਸਰਫੇਸ, ਸਤ੍ਹਾ ਦੇ ਉੱਪਰਲਾ ਪਾਸਾ ਹੈ। ਜੇ ਆਪਾਂ ਇੱਥੇ ਵੀ ਇੱਕ ਹੋਲ ਛੇਕ ਕਰ ਦਿੰਦੇ ਤਾਂ ਇੱਥੋਂ ਪਾਣੀ ਬਿਲਕੁਲ ਬਾਹਰ ਨਹੀਂ ਆਉਣਾ ਸੀ, ਨਾ ਉਹਦੇ ਬਰਾਬਰ ਹੋਣਾ ਸੀ। ਤੋ ਇਹ ਸਿੱਧ ਹੁੰਦਾ ਹੈ ਕਿ ਬਿਲਕੁਲ ਪਾਣੀ ਜੋ ਹੈ ਸਭ ਤੋਂ ਉੱਪਰ ਸਤ੍ਹਾ 'ਤੇ ਕਿਸੇ ਬਰਤਨ ਦੇ ਜੋ ਦਰਵ ਨਾਲ ਭਰਿਆ ਹੋਇਆ ਹੈ, ਉਹਦੀ ਸਤ੍ਹਾ ਦੇ ਸਭ ਤੋਂ ਉੱਪਰ ਜਿਹੜਾ ਬਿੰਦੂ ਹੋਵੇਗਾ, ਉੱਤੇ ਜਿਹੜਾ ਦਾਬ ਹੋਵੇਗਾ, ਪ੍ਰੈਸ਼ਰ ਹੋਵੇਗਾ, ਸਭ ਤੋਂ ਘੱਟ ਹੋਵੇਗਾ, ਸਭ ਤੋਂ ਘੱਟ। ਅਤੇ ਸਭ ਤੋਂ ਵੱਧ ਕਿੱਥੇ ਹੋਵੇਗਾ? ਜੀ ਹਾਂ, ਇੱਥੇ ਸਭ ਤੋਂ ਡੂੰਘਾਈ ਜ਼ਿਆਦਾ ਹੈ, ਬਿਲਕੁਲ ਹੇਠਾਂ, ਬਿਲਕੁਲ ਬੇਸ ਦੇ ਉੱਤੇ। ਸੋ ਆਪਾਂ ਇਹਨਾਂ 2 ਡਿਸਕਸ਼ਨਸ ਤੋਂ ਇਹ ਸਿੱਧ ਕੀਤਾ ਕਿ ਪਿਛਲੇ 'ਚ ਕੀਤਾ ਸੀ ਕਿ ਦਰਵ ਕਿਸੇ ਬਰਤਨ ਦੇ ਤਲੇ 'ਤੇ ਦਾਬ ਲਗਾਉਂਦੇ ਹਨ। ਇਹਦੇ ਵਿੱਚ ਕੀਤਾ ਆਪਾਂ ਦਰਵ ਕਿਸੇ ਬਰਤਨ ਦੀਆਂ ਦੀਵਾਰਾਂ 'ਤੇ ਦਾਬ ਲਗਾਉਂਦੇ ਹਨ। ਉਸ ਤੋਂ ਬਾਅਦ ਦਰਵ ਕਿਸੇ ਬਰਤਨ ਦੀ ਦੀਵਾਰ 'ਤੇ ਇੱਕੋ ਡੂੰਘਾਈ 'ਤੇ ਇੱਕੋ ਜਿਹਾ ਦਾਬ ਲਗਾਉਂਦੇ ਹਨ। ਇਸ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਆਪਾਂ ਚਿੱਤਰ ਵਿੱਚ, ਜੇ ਆਪਾਂ ਦੁਬਾਰਾ ਦੇਖ ਲਈਏ, ਇੱਕ ਵਾਰ ਤੁਸੀਂ ਦੇਖਣਾ ਹੋਵੇ, ਇਸ ਚਿੱਤਰ ਦੀ ਗੱਲ ਕਰ ਰਹੇ ਹਾਂ ਕਿ ਇੱਕੋ ਜਿਹੀ ਡੂੰਘਾਈ 'ਤੇ ਇੱਕੋ ਜਿਹਾ ਦਾਬ ਲਗਾਉਂਦੇ ਹਨ। ਤੁਸੀਂ ਦੇਖ ਸਕਦੇ ਹੋ ਇਹ ਪੁਆਇੰਟ ਸਾਰੇ ਇੱਕੋ ਡੂੰਘਾਈ 'ਤੇ ਹਨ, ਤੋ ਬਰਾਬਰ ਦੂਰੀ 'ਤੇ ਹੀ ਪਾਣੀ ਡਿੱਗ ਰਿਹਾ ਹੈ। ਤੁਸੀਂ ਉੱਪਰਲੇ ਕਿਸੇ ਬਰਾਬਰ ਡੂੰਘਾਈ 'ਤੇ ਵੀ ਬਿੰਦੂ ਇਹਦੇ ਵਿੱਚ ਹੋਲ ਕਰਕੇ ਦੇਖ ਸਕਦੇ ਹੋ। ਇਹਦੇ ਵਿੱਚ ਜਿਹੜਾ ਇੱਕੋ ਲੈਵਲ 'ਤੇ ਪਾਣੀ ਡਿੱਗੇਗਾ, ਪਰ ਇਹਦੇ ਨਾਲ ਵੱਖਰਾ ਹੋਏਗਾ ਕਿਉਂਕਿ ਇਹ ਦੋਨਾਂ ਦੀ ਜੋ ਡੂੰਘਾਈ ਵੱਖ-ਵੱਖ ਹੈ। ਸੋ ਕਨਕਲੂਡ ਕੀ ਕੀਤਾ ਆਪਾਂ, ਦਰਵ ਕਿਸੇ ਬਰਤਨ ਦੀਆਂ ਦੀਵਾਰਾਂ ਅਤੇ ਤਲੇ 'ਤੇ ਦਾਬ ਲਗਾਉਂਦੇ ਹਨ। ਉਹ ਆਪਾਂ ਪਿੱਛੇ ਗੱਲ ਕੀਤੀ ਸੀ। ਦਰਵ ਕਿਸੇ ਬਰਤਨ ਦੀ ਦੀਵਾਰ 'ਤੇ ਇੱਕੋ ਡੂੰਘਾਈ 'ਤੇ ਇੱਕੋ ਜਿਹਾ ਦਾਬ ਲਗਾਉਂਦੇ ਹਨ, ਪ੍ਰੈਸ਼ਰ ਲਗਾਉਂਦੇ ਹਨ। ਇਹ ਦਾਬ ਦਰਵ ਦੇ ਕਾਲਮ ਦੀ ਉਚਾਈ 'ਤੇ ਨਿਰਭਰ ਕਰਦਾ ਹੈ। ਸੋ ਇਹ ਯਾਦ ਰੱਖਣਾ ਹੈ ਤੁਸੀਂ ਕਿ ਦਾਬ ਜੋ ਹੈ ਕਿਸੇ ਦਰਵ ਦੇ ਕਾਲਮ ਦੀ, ਲਿਕੁਇਡ ਕਾਲਮ ਦੇ ਉਚਾਈ 'ਤੇ, ਹਾਈਟ 'ਤੇ ਨਿਰਭਰ ਕਰਦਾ ਹੈ। ਆਓ ਥੋੜ੍ਹਾ ਹੋਰ ਦੇਖਦੇ ਹਾਂ ਇਹਦੇ ਬਾਰੇ। ਇਹਨੂੰ ਆਪਾਂ ਡੇਲੀ ਲਾਈਫ 'ਚ ਥੋੜ੍ਹਾ ਜਿਹਾ 1-2 ਐਗਜ਼ਾਮਪਲਸ ਦੇਖਦੇ ਹਾਂ। ਬੜਾ ਕੀ ਦੇਖ ਰਹੇ ਹੋ ਚਿੱਤਰ ਵਿੱਚ ਤੁਸੀਂ, ਇੱਕ ਪਾਈਪ 'ਚੋਂ ਪਾਣੀ ਲੀਕ ਕਰ ਰਿਹਾ ਹੈ। ਤੋ ਪਾਣੀ ਇਸ ਤਰ੍ਹਾਂ ਉਹਦੀਆਂ ਦੀਵਾਰਾਂ ਤੋਂ ਬਾਹਰ ਆ ਰਿਹਾ ਹੈ। ਤੋ ਇਹ ਪਾਈਪ ਦੀਆਂ ਦੀਵਾਰਾਂ ਹੀ ਹਨ। ਇਹ ਤੋਂ ਸਿੱਧ ਹੁੰਦਾ ਹੈ ਕਿ ਜੋ ਦਰਵ ਹਨ ਉਹਦੇ ਦੀਵਾਰਾਂ 'ਤੇ ਦਾਬ ਲਗਾਉਂਦੇ ਹਨ ਅਤੇ ਤਲੇ 'ਤੇ ਦਾਬ ਲਗਾਉਂਦੇ ਹਨ। ਇਹ ਤੋਂ ਸਿੱਧ ਹੁੰਦਾ ਹੈ
ਉਹ ਜਦੋਂ ਸਾਡੇ ਘਰਾਂ ਤੱਕ ਪਹੁੰਚਦਾ ਹੈ ਉਹ ਤਲੇ 'ਤੇ ਦਾਬ ਲੱਗ ਕੇ ਹੀ ਪਹੁੰਚਦਾ ਹੈ। ਸਿੱਧਾ ਪਾਣੀ ਪਾਈਪ ਦੇ ਵਿੱਚ ਜਾਂਦਾ ਹੈ, ਸਾਡੇ ਟੂਟੀਆਂ ਵਿੱਚ ਆਉਂਦਾ ਹੈ, ਤਲੇ 'ਤੇ ਦਾਬ ਲੱਗਦਾ ਹੈ ਤਾਂ ਹੀ ਉਹ ਸਾਡੇ ਤੱਕ ਪਹੁੰਚਦਾ ਹੈ। ਇਸ ਤੋਂ ਬਾਅਦ ਆਪਾਂ ਸਿਰਫ ਦਰਵਾਂ ਦੀ ਗੱਲ ਕੀਤੀ, ਗੈਸਾਂ ਬਾਰੇ ਜ਼ਿਆਦਾ ਵਿਸਤਾਰਪੂਰਵਕ ਚਰਚਾ ਨਹੀਂ ਕਰਾਂਗੇ। ਵੈਸੇ ਦਰਵਾਂ ਅਤੇ ਗੈਸਾਂ ਦਾ ਜਿਹੜਾ ਕੇਸ ਹੈ ਉਹ ਸੇਮ ਹੀ ਹੈ। ਤਾਂ ਇਹਦੇ ਵਿੱਚ ਇੱਕ ਉਦਾਹਰਨ ਜ਼ਰੂਰ ਲਈ ਹੈ ਕਿ ਤੁਸੀਂ ਕਦੀ ਗੁਬਾਰਾ ਲਿਆ ਹੋਵੇਗਾ। ਇਹ ਹੌਟ ਏਅਰ ਬਲੂਨ ਹੈ, ਇਹ ਤੁਸੀਂ ਹਵਾ ਚੋੜਦਾ ਦੇਖਿਆ ਹੋਵੇਗਾ ਕਦੀ, ਜਾਂ TV 'ਚ ਦੇਖਿਆ ਹੋਵੇਗਾ। ਇਸ ਤੋਂ ਇਲਾਵਾ ਜੇ ਤੁਸੀਂ ਤੁਹਾਡੇ ਦੀ ਗੱਲ ਕਰੀਏ, ਤੁਸੀਂ ਗੁਬਾਰਾ ਦਾ ਜ਼ਰੂਰ ਫੁਲਾਇਆ ਹੋਵੇਗਾ। ਕੀ ਤੁਸੀਂ ਕਦੀ ਕਿਸੇ ਹੋਲ ਵਾਲਾ ਜਿਹਦੇ ਵਿੱਚ ਛੇਕ ਹੋਵੇ, ਜਿੱਦਾਂ ਇਸ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ, ਕਿ ਤੁਸੀਂ ਉਸ ਤਰ੍ਹਾਂ ਦਾ ਗੁਬਾਰਾ ਕਦੀ ਫੁਲਾ ਸਕਦੇ ਹੋ? ਨਹੀਂ। ਕਿਉਂ ਨਹੀਂ? ਕਿਉਂਕਿ ਜਿੱਦਾਂ ਹੀ ਤੁਸੀਂ ਹਵਾ ਭਰਦੇ ਹੋ ਉਹ ਬਾਹਰ ਆ ਜਾਂਦੀ ਹੈ। ਤਾਂ ਇਹ ਵੀ ਇੱਕ ਤਰ੍ਹਾਂ ਗੁਬਾਰਾ ਇੱਕ ਤਰ੍ਹਾਂ ਦਾ ਜੇ ਬਰਤਨ ਮੰਨ ਲਈਏ ਤਾਂ ਇਹਦੀ ਇਹ ਦੀਵਾਰ ਹੈ, ਦੀਵਾਰ ਵਿੱਚ ਇੱਕ ਛੇਕ ਹੋ ਗਿਆ ਹੈ। ਤਾਂ ਜਿਸ ਤਰ੍ਹਾਂ ਆਪਾਂ ਪਿਛਲੇ ਕੇਸ ਵਿੱਚ ਆਪ ਛੇਕ ਕਰਕੇ ਬੋਤਲ 'ਚ ਗੁਬਾਰਾ ਲਗਾਇਆ ਸੀ ਅਤੇ ਪਾਣੀ ਛੇਕ ਥਣੀ ਬਾਹਰ ਆਇਆ ਸੀ, ਭਾਵ ਗੁਬਾਰਾ ਫੁਲਾ ਦਿੱਤਾ ਗਿਆ ਸੀ। ਤਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਛੇਕ ਰਾਹੀਂ ਤੁਹਾਡੀ ਹਵਾ ਬਾਹਰ ਆਏਗੀ। ਅਤੇ ਹਵਾ ਕੀ ਹੈ? ਗੈਸ। ਤਾਂ ਇੱਥੇ ਸਿੱਧ ਹੁੰਦਾ ਹੈ ਕਿ ਗੈਸਾਂ ਵੀ ਜੋ ਜਿਸ ਤਰ੍ਹਾਂ ਦਰਵ ਕੀ ਲਗਾਉਂਦੇ ਹਨ? ਦਾਬ ਲਗਾਉਂਦੇ ਹਨ। ਉਸੇ ਤਰ੍ਹਾਂ ਗੈਸਾਂ ਵੀ ਦਾਬ ਲਗਾਉਂਦੀਆਂ ਹਨ, ਪ੍ਰੈਸ਼ਰ ਐਗਜ਼ਰਟ ਕਰਦੀਆਂ ਹਨ। ਸੋ ਵੀ ਕੈਨ ਸੇ ਲਿਕੁਇਡਸ ਐਂਡ ਗੈਸਸ ਐਗਜ਼ਰਟ ਪ੍ਰੈਸ਼ਰ ਔਨ ਦੀ ਵਾਲਸ ਐਂਡ ਬੇਸਿਸ ਆਫ ਐਨੀ ਵੈਸਲ। ਅੱਗੇ ਹੈ ਸਾਡੇ ਕੋਲ ਵਾਯੂਮੰਡਲੀ ਦਾਬ। ਹੁਣ ਬੇਟਾ ਸਾਨੂੰ ਪਤਾ ਹੈ ਕਿ ਸਾਡੀ ਧਰਤੀ ਦੇ ਲਗਭਗ 100 ਕਿਲੋਮੀਟਰ ਉੱਪਰ ਤੱਕ ਗੈਸਾਂ ਦਾ ਇੱਕ ਘੇਰਾ ਬਣਿਆ ਹੋਇਆ ਹੈ, ਜਿਹਨੂੰ ਅਸੀਂ ਵਾਯੂਮੰਡਲ ਆਖਦੇ ਹਾਂ। ਇਹਦੇ ਵਿੱਚ ਵੱਖ-ਵੱਖ ਲੇਅਰਸ ਹੁੰਦੀਆਂ ਹਨ, ਤਾਂ ਉਹਨਾਂ ਬਾਰੇ ਤੁਸੀਂ ਵੱਖਰੀ ਚਰਚਾ ਕਰਾਂਗੇ ਆਪਾਂ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਚਿੱਤਰ ਵਿੱਚ, ਇਹ ਸਾਰਾ ਵਾਯੂਮੰਡਲ ਹੈ। ਤਾਂ ਇਹ ਵਾਯੂਮੰਡਲ ਦੇ ਵਿਚਲੀ ਹਵਾ ਜਿਹੜੀ ਹੁੰਦੀ ਹੈ ਉਹ ਧਰਤੀ ਦੇ ਉੱਤੇ ਹਰ ਇੱਕ ਵਸਤੂ ਦੇ ਉੱਤੇ ਦਾਬ ਲਗਾਉਂਦੀ ਹੈ। ਉਹਨੂੰ ਆਪਾਂ ਵਾਯੂਮੰਡਲੀ ਦਾਬ ਆਖਦੇ ਹਾਂ। ਸੋ ਪਰਿਭਾਸ਼ਾ ਕੀ ਹੈ ਇਹਦੀ? ਵਾਯੂਮੰਡਲ ਵਿੱਚ ਮੌਜੂਦ, ਇੱਥੇ ਗਲਤੀ ਨਾਲ ਵਾਯੂਮੰਡਲੀ ਲਿਖ ਹੋ ਗਿਆ ਹੈ। ਵਾਯੂਮੰਡਲ ਵਿੱਚ ਮੌਜੂਦ ਹਵਾ ਦੁਆਰਾ ਲਗਾਏ ਗਏ ਦਾਬ ਨੂੰ ਵਾਯੂਮੰਡਲੀ ਦਾਬ ਕਹਿੰਦੇ ਹਨ। ਤੋ ਜੇ ਇਹ ਸਾਰੀਆਂ ਵਸਤੂਆਂ ਦੇ ਉੱਤੇ ਦਾਬ ਲਗਾਉਂਦਾ ਹੈ ਤਾਂ ਸਾਡੇ ਸਰੀਰ 'ਤੇ ਵੀ ਦਾਬ ਲਗਾਉਂਦਾ ਹੈ। ਪਰ ਤੁਸੀਂ ਕਦੀ ਸੋਚਿਆ ਹੈ ਕਿ ਅਸੀਂ ਜੇ ਇਸ ਤਰ੍ਹਾਂ ਦਾਬ ਲੱਗਦਾ ਹੈ ਕਿ ਅਸੀਂ ਫਿਸ ਕਿਉਂ ਨਹੀਂ ਜਾਂਦੇ? ਉਹਦਾ ਕਾਰਨ ਇਹ ਹੈ ਕਿ ਜੇ ਵਾਯੂਮੰਡਲ ਵਿਚਲੀ ਹਵਾ ਸਾਡੇ ਉੱਤੇ ਦਾਬ ਲਗਾਉਂਦੀ ਹੈ ਸਾਰੇ ਪਾਸਿਓਂ, ਤਾਂ ਸਾਡੇ ਸਰੀਰ ਵਿੱਚੋਂ ਵੀ ਓਨਾ ਹੀ ਦਾਬ ਬਾਹਰ ਵੱਲ ਨੂੰ ਲੱਗਦਾ ਹੈ ਜਿਹੜਾ ਉਹਨੂੰ ਬੈਲੈਂਸ ਕਰਦਾ ਹੈ। ਸੋ ਇਸ ਕਰਕੇ ਸਾਨੂੰ ਕੁਝ ਨਹੀਂ ਹੁੰਦਾ। ਤਾਂ ਇਹਦੇ ਇਲਾਵਾ ਵਾਯੂਮੰਡਲੀ ਦਾਬ ਕਿੱਥੇ ਆਪਣਾ ਰੋਲ ਅਦਾ ਕਰਦਾ ਹੈ, ਕਿੱਥੇ ਆਪਣੀ ਅਦਾਇਗੀ ਨਿਭਾਉਂਦਾ ਹੈ, ਜਾਂ ਕਿੱਥੇ ਉਹਦਾ ਕਾਰਨ ਕਿਹੜੀਆਂ ਚੀਜ਼ਾਂ ਹੁੰਦੀਆਂ ਹਨ ਵਾਯੂਮੰਡਲੀ ਦਾਬ ਦੇ ਕਾਰਨ, ਉਹ ਅੱਗੇ ਦੇਖਦੇ ਹਾਂ। ਇੱਕ ਦੋ ਉਦਾਹਰਨਾਂ ਦੇਖਾਂਗੇ ਆਪਾਂ। ਉਸ ਤੋਂ ਬਾਅਦ ਤੁਸੀਂ ਬਹੁਤ ਸਾਰੀਆਂ ਉਦਾਹਰਨਾਂ ਆਪ ਸੋਚੋਗੇ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਿਰਿੰਜ ਹੈ। ਤੁਸੀਂ ਕਦੀ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਿੰਜ ਵਿੱਚ ਪਾਣੀ ਜਾਂ ਕੋਈ ਲਿਕੁਇਡ, ਜਦੋਂ ਉਹਨੂੰ ਲਿਕੁਇਡ 'ਚ ਜਾਂ ਤੁਸੀਂ ਹੋਲੀ ਖੇਡਦੇ ਹੋ, ਪਿਚਕਾਰੀ ਇਸ ਸਿਰਿੰਜ ਵਰਗੀ ਹੁੰਦੀ ਹੈ, ਉਹਨੂੰ ਜਦੋਂ ਪਾਣੀ 'ਚ ਪਾਉਂਦੇ ਹੋ ਤਾਂ ਉਹ ਪਾਣੀ ਸਿਰਿੰਜ ਵਿੱਚ ਕਿੱਦਾਂ ਚੜ੍ਹ ਜਾਂਦਾ ਹੈ? ਆਓ ਦੇਖਦੇ ਹਾਂ। ਇਹਦੇ ਵਿੱਚ ਸਾਡੇ ਕੋਲ ਸਿਰਿੰਜ ਦੇ ਵਿੱਚ ਜਦੋਂ ਆਪਾਂ ਪਿਸਟਨ ਨੂੰ ਖਿੱਚਦੇ ਹਾਂ, ਇਹਨੂੰ ਆਪਾਂ ਬਾਹਰ ਨੂੰ ਖਿੱਚਦੇ ਹਾਂ, ਤਾਂ ਇਹਦੇ ਅੰਦਰਲੀ ਜਿਹੜੀ ਸਿਰਿੰਜ ਅੰਦਰਲਾ ਜਿਹੜਾ ਹਵਾ ਹੁੰਦਾ ਹੈ ਉਹ ਘੱਟ ਜਾਂਦੀ ਹੈ, ਉਹਦਾ ਪ੍ਰੈਸ਼ਰ ਘੱਟ ਜਾਂਦਾ ਹੈ। ਤਾਂ ਦਾਬ ਘੱਟ ਗਿਆ ਅੰਦਰਲਾ। ਤਾਂ ਦਾਬ ਜੇ ਘੱਟ ਗਿਆ ਅਤੇ ਸਿਰਿੰਜ ਦਾ ਆਪਾਂ ਮੂੰਹ ਲਿਕੁਇਡ ਵਿੱਚ ਪਾਣੀ ਵਿੱਚ ਪਾਇਆ ਹੈ, ਬਾਹਰ ਵਾਲਾ ਦਾਬ ਵੱਧ ਗਿਆ। ਵਾਯੂਮੰਡਲੀ ਦਾਬ ਇੱਥੇ ਲੱਗ ਰਿਹਾ ਹੈ, ਸਾਰੇ ਪਾਸੇ ਲੱਗਦਾ ਹੈ, ਸਾਨੂੰ ਪਤਾ ਹੈ। ਤਾਂ ਇਹ ਨਿਯਮ ਹੈ ਕਿ ਜਿਹੜਾ ਤਰਲ ਪਦਾਰਥ ਹਨ ਜਾਂ ਫਲੂਇਡਸ ਹਨ, ਤਰਲ ਜਾਂ ਗੈਸਾਂ, ਉਹ ਉਸ ਦਿਸ਼ਾ ਵੱਲ ਉੱਧਰ ਨੂੰ ਮੂਵ ਕਰਦੇ ਹਨ, ਉੱਧਰ ਨੂੰ ਵਹਿੰਦੇ ਹਨ ਜਿੱਥੇ ਦਾਬ ਕੀ ਹੁੰਦਾ ਹੈ? ਘੱਟ ਹੁੰਦਾ ਹੈ। ਸੋ ਸਿਰਿੰਜ ਅੰਦਰ ਦਾਬ ਜਿਹੜਾ ਹੈ ਉਹ ਘਟਾ ਦਿੱਤਾ ਗਿਆ ਹੈ ਪਿਸਟਨ ਖਿੱਚਣ ਕਰਕੇ। ਤਾਂ ਜਦੋਂ ਦਾਬ ਘੱਟ ਗਿਆ ਅਤੇ ਜਿਹੜਾ ਅੰਦਰਲਾ ਜਿਹੜਾ ਲਿਕੁਇਡ ਜਿਹੜਾ ਆ ਉਹ ਸਾਰਾ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਏਗਾ। ਸੋ ਹੌਲੀ ਹੌਲੀ ਸਿਰਿੰਜ ਜਿਹੜੀ ਆ ਉਹ ਭਰ ਜਾਏਗੀ। ਤੋ ਇੰਟਰਸਟਿੰਗ ਹੈ ਇਹ ਵਾਯੂਮੰਡਲੀ ਦਾਬ ਦੇ ਕਰਕੇ ਜਿਹੜਾ ਤੁਹਾਡਾ ਉਹ ਸਿਰਿੰਜ ਭਰਦੀ ਹੈ। ਅੱਜ ਤੁਸੀਂ
ਇਹ ਜਾਣਿਆ ਕਿ ਵਾਯੂਮੰਡਲੀ ਦਾਬ ਕਰ ਹੁੰਦਾ ਹੈ। ਵੈਸੇ ਤਾਂ ਤੁਸੀਂ ਪਤਾ ਹੀ ਹੈ ਤੁਹਾਨੂੰ, ਇਹ ਤੁਸੀਂ ਕੀਤਾ ਵੀ ਹੈ। ਅਤੇ ਹੁਣ ਤੁਸੀਂ ਇਹ ਵੀ ਸਮਝ ਕੇ ਹੋਵੋਗੇ ਕਿ ਜਦੋਂ ਤੁਸੀਂ ਕੋਈ ਲਿਕੁਇਡ ਪੀਂਦੇ ਹੋ, ਕੋਈ ਜੂਸ ਜਾਂ ਕੋਲਡ ਡਰਿੰਕ, ਨਿੰਬੂ ਪਾਣੀ ਆਦਿ, ਤਾਂ ਉਹ ਪਾਈਪ ਰਾਹੀਂ, ਸਟ੍ਰੋ ਦੇ ਰਾਹੀਂ ਤੁਹਾਡੇ ਮੂੰਹ ਤੱਕ ਕਿੱਦਾਂ ਚਲ ਜਾਂਦਾ ਹੈ। ਉਹ ਸੇਮ ਉੱਦਾਂ ਹੀ ਹੁੰਦਾ ਹੈ ਕਿ ਤੁਸੀਂ ਜਦੋਂ ਉਹਨੂੰ ਚੂਸਦੇ ਹੋ, ਸੱਕ ਕਰਦੇ ਹੋ, ਤਾਂ ਪਾਈਪ ਸਟ੍ਰੋ ਅੰਦਰਲਾ ਜਿਹੜਾ ਦਾਬ ਹੈ ਘਟ ਜਾਂਦਾ ਹੈ, ਅਤੇ ਜਿਹੜਾ ਤਰਲ ਪਦਾਰਥ ਹੈ, ਲਿਕੁਇਡ ਹੈ, ਉਹ ਸਟ੍ਰੋ ਦੇ ਵਿੱਚ ਘੱਟ ਦਾਬ ਵਾਲੇ ਪਾਸੇ ਵਹਿਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ ਇੱਕ ਹੋਰ ਵਾਯੂਮੰਡਲੀ ਦਾਬ ਦੀ ਵੇਰੀਏਸ਼ਨ, ਉਹ ਕਿੱਦਾਂ ਚੇਂਜ ਹੁੰਦਾ ਹੈ, ਉਹਦੀ ਗੱਲ ਆਪਾਂ ਕਰਦੇ ਹਾਂ। ਤੁਸੀਂ ਦੇਖ ਰਹੇ ਹੋ ਇੱਕ ਚਿਪਸ ਦਾ ਪੈਕਟ ਹੈ, ਕਿਸੇ ਨਮਕੀਨ ਸਨੈਕ ਦਾ। ਤੁਸੀਂ ਇੱਕ ਗੱਲ ਨੋਟ ਕਰ ਸਕਦੇ ਹੋ ਇੱਥੇ ਕਿ ਇਹ ਬਹੁਤ ਫੁੱਲਿਆ ਹੋਇਆ ਹੈ। ਇਹਦਾ ਕਾਰਨ ਕੀ ਹੈ? ਇਹ ਪੈਕਟ ਜੋ ਹੈ ਉਹ ਪਹਾੜੀ ਇਲਾਕੇ ਦੇ ਉੱਤੇ ਹੈ। ਤੁਸੀਂ ਕਦੀ ਪਹਾੜੀ ਇਲਾਕੇ 'ਤੇ ਗਏ ਹੋਵੋਗੇ ਤਾਂ ਨੋਟ ਕੀਤਾ ਹੋਵੇਗਾ ਕਿ ਇਸ ਤਰ੍ਹਾਂ ਦੇ ਸਨੈਕਸ ਜਿਨ੍ਹਾਂ ਵਿੱਚ ਆਲਰੇਡੀ ਗੈਸ ਭਰੀ ਹੁੰਦੀ ਹੈ, ਉਹ ਪਹਾੜੀ ਇਲਾਕੇ 'ਤੇ ਜਾ ਕੇ ਜ਼ਿਆਦਾ ਫੁੱਲ ਜਾਂਦੇ ਹਨ। ਇਹ ਜੇ ਨਹੀਂ ਗਏ ਤਾਂ ਕਦੀ ਨੋਟ ਕਰਿਓ ਅਗਲੀ ਵਾਰ ਜਦੋਂ ਜਾਓਗੇ। ਇਹਦਾ ਕਾਰਨ ਕੀ ਹੁੰਦਾ ਹੈ ਉਹ ਵੀ ਦੇਖਦੇ ਹਾਂ ਕਿ ਜਿੱਦਾਂ ਉਚਾਈ ਵੱਧਦੀ ਹੈ, ਆਪਾਂ ਉੱਚੀਆਂ ਥਾਵਾਂ 'ਤੇ ਜਾਂਦੇ ਹਾਂ, ਤਾਂ ਵਾਯੂਮੰਡਲੀ ਦਾਬ ਘਟਦਾ ਹੈ। ਵਾਯੂਮੰਡਲੀ ਦਾਬ ਦੇ ਘਟਣ ਕਾਰਨ ਕੀ ਹੁੰਦਾ ਹੈ? ਬਾਹਰਲਾ ਦਾਬ ਜਿਹੜਾ ਵਾਯੂਮੰਡਲੀ ਦਾਬ ਘਟ ਗਿਆ, ਅਤੇ ਵਾਯੂਮੰਡਲੀ ਦਾਬ ਘਟ ਗਿਆ ਅਤੇ ਅੰਦਰ ਜਿਹੜੀ ਗੈਸ ਭਰੀ ਹੁੰਦੀ ਹੈ, ਉਹ ਅੰਦਰਲਾ ਦਾਬ ਵੱਧ ਗਿਆ। ਅੰਦਰਲਾ ਦਾਬ ਵਧਣ ਕਰਕੇ ਕੀ ਹੁੰਦਾ ਹੈ ਕਿ ਹਵਾ ਜਿਹੜੀ ਹੈ ਅੰਦਰਲੀ ਗੈਸ, ਉਹ ਪ੍ਰੈਸ਼ਰ ਪਾਉਂਦੀ ਹੈ ਲਿਫਾਫੇ 'ਤੇ, ਪੈਕਟ 'ਤੇ। ਇਹਦੇ ਕਰਕੇ ਜਿਹੜੇ ਪੈਕਟ ਹਨ ਉਹ ਪਹਾੜੀ ਇਲਾਕੇ 'ਤੇ ਫੁੱਲ ਜਾਂਦੇ ਹਨ, ਕਿਉਂਕਿ ਬਾਹਰ ਦਾਬ ਜੋ ਹੈ ਉਹ ਘਟ ਜਾਂਦਾ ਹੈ, ਵਾਯੂਮੰਡਲੀ ਦਾਬ ਘਟ ਜਾਂਦਾ ਹੈ। ਸੋ ਇਹ ਕਾਫੀ ਦਿਲਚਸਪ ਜਾਣਕਾਰੀ ਹੈ। ਤੋ ਇਸ ਤੋਂ ਇਲਾਵਾ ਤੁਸੀਂ ਬਹੁਤ ਸਾਰੇ ਉਦਾਹਰਨਾਂ, ਐਗਜ਼ਾਮਪਲਸ ਸੋਚ ਸਕਦੇ ਹੋ। ਆਪਣੀ ਕਿਤਾਬ ਜ਼ਰੂਰ ਪੜ੍ਹਨੀ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਕਿਤਾਬ ਵਿੱਚ ਵੀ ਹੋਣਗੀਆਂ। ਜੇ ਤੁਸੀਂ ਇੰਟਰਨੈਟ ਦੀ ਵਰਤੋਂ ਕਰਦੇ ਹੋ ਤਾਂ ਗੂਗਲ 'ਤੇ ਸਰਚ ਕਰਨਾ ਹੈ। ਤੋ ਆਪਣੇ ਪਾਠ ਨੂੰ ਦਿਲਚਸਪ ਯਾਨੀ ਕਿ ਇੰਟਰਸਟਿੰਗ ਕਰਕੇ ਪੜ੍ਹਨਾ ਹੈ, ਕਿਸੇ ਵੀ ਡਰ ਕਾਰਨ ਨਹੀਂ। ਸੋ ਵਾਯੂਮੰਡਲੀ ਦਾਬ ਨੂੰ ਮਾਪਣਾ, ਇਹਦੇ ਬਾਰੇ ਤੁਹਾਡੇ ਸਿਲੇਬਸ 'ਚ ਨਹੀਂ ਹੈ, ਪਰ ਫਿਰ ਵੀ ਮੈਂ ਇੱਥੇ ਦੱਸ ਰਿਹਾ ਹਾਂ। ਵਾਯੂਮੰਡਲੀ ਦਾਬ ਦੀ ਜਿਹੜੀ ਇਕਾਈ ਹੁੰਦੀ ਹੈ ਉਹ ਪਾਸਕਲ ਹੁੰਦੀ ਹੈ। ਤੁਸੀਂ 9ਵੀਂ ਜਮਾਤ 'ਚ ਪੜ੍ਹੋਗੇ। ਇਸ ਤੋਂ ਇਲਾਵਾ ਜੋ ਬਲ ਦੀ ਗੱਲ ਕੀਤੀ ਸੀ ਪਿੱਛੇ, ਆਪਾਂ ਪਹਿਲੇ ਭਾਗ 'ਚ ਤੁਹਾਨੂੰ ਦੱਸਿਆ ਵੀ ਸੀ, ਉਹਨੂੰ ਆਪਾਂ ਨਿਊਟਨ 'ਚ ਮਾਪਦੇ ਹਾਂ। ਇਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਐਟਮੋਸਫੇਰਿਕ ਪ੍ਰੈਸ਼ਰ, ਯਾਨੀ ਕਿ ਵਾਯੂਮੰਡਲੀ ਦਾਬ ਨੂੰ ਮਾਪਣ ਦਾ ਇੱਕ ਯੰਤਰ ਵੀ ਹੁੰਦਾ ਹੈ। ਉਹਨੂੰ ਆਪਾਂ, ਤੁਸੀਂ ਦੇਖਿਆ ਹੋਵੇਗਾ ਸ਼ਾਇਦ ਕਦੀ। ਇਹ ਇਹਦਾ ਲੇਟੈਸਟ ਮਾਡਲ ਹੈ। ਪੁਰਾਣੇ ਮਾਡਲ ਦੀ ਤਸਵੀਰ ਹੁੰਦੀ ਹੈ, ਉਹ ਇੱਥੇ ਅਸੀਂ ਨਹੀਂ ਦਿਖਾਈ। ਤਾਂ ਇਹਨੂੰ ਆਪਾਂ ਕੀ ਕਹਿੰਦੇ ਹਾਂ? ਬੈਰੋਮੀਟਰ। ਸੋ ਬੈਰੋਮੀਟਰ ਇੱਕ ਯੰਤਰ ਹੈ ਜਿਹਦੇ ਨਾਲ ਆਪਾਂ ਵਾਯੂਮੰਡਲੀ ਦਾਬ ਨੂੰ ਮਾਪ ਸਕਦੇ ਹਾਂ। ਮੌਸਮ ਵਿਭਾਗ ਵਾਲੀ ਜਾਣਕਾਰੀ ਲੈਣ ਦੇ ਲਈ ਬੈਰੋਮੀਟਰ ਦਾ ਉਪਯੋਗ ਕਰਦੇ ਹਨ, ਕਿਉਂਕਿ ਬੈਰੋਮੀਟਰ ਜੋ ਹੈ ਉਹ ਵਾਯੂਮੰਡਲੀ ਦਾਬ ਨੂੰ ਮਾਪਦਾ ਹੈ। ਤਾਂ ਇਹਦੇ ਵਿੱਚ ਜਦੋਂ ਬਦਲਾਅ ਆਉਂਦਾ ਹੈ ਤਾਂ ਉਹਨਾਂ ਨੂੰ ਕਦੋਂ ਤੂਫਾਨ ਆਉਣੇ ਹਨ ਜਾਂ ਹੋਰ ਕਿਸੇ ਤਰ੍ਹਾਂ ਦੀ ਮੌਸਮੀ ਬਦਲਾਅ ਆਉਣਾ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ। ਸੋ ਆਸ ਹੈ ਕਿ ਤੁਹਾਨੂੰ ਇਹ ਚੈਪਟਰ ਸਮਝ ਲੱਗਿਆ ਹੋਵੇਗਾ। ਤਾਂ ਇੱਕ ਵਾਰ ਫਟਾਫਟ ਰਿਵੀਜ਼ਨ ਕਰ ਲੈਂਦੇ ਹਾਂ। ਅੱਜ ਅਸੀਂ ਪੜ੍ਹਿਆ ਕਿ ਕਿਸੇ ਇਕਾਈ ਖੇਤਰਫਲ 'ਤੇ ਲੰਬ ਦਿਸ਼ਾ ਵਿੱਚ ਲੱਗਣ ਵਾਲੇ ਬਲ ਨੂੰ ਦਾਬ ਕਿਹਾ ਜਾਂਦਾ ਹੈ। ਦਾਬ ਦਾ ਗਣਿਤਕ ਸੂਤਰ ਹੈ ਬਲ ਬਟਾ ਖੇਤਰਫਲ। ਖੇਤਰਫਲ ਕਿਹੜਾ? ਜਿਹਦੇ 'ਤੇ ਦਾਬ ਬਲ ਲੱਗ ਰਿਹਾ ਹੈ। ਫਿਰ ਪੜ੍ਹਿਆ ਦਰਵ ਕਿਸੇ ਬਰਤਨ ਦੇ ਤਲੇ 'ਤੇ ਦਾਬ ਲਗਾਉਂਦੇ ਹਨ ਅਤੇ ਬਰਤਨ ਦੀਆਂ ਦੀਵਾਰਾਂ 'ਤੇ ਵੀ ਦਾਬ ਲਗਾਉਂਦੇ ਹਨ। ਦਰਵ ਕਿਸੇ ਬਰਤਨ ਦੀ ਦੀਵਾਰ 'ਤੇ ਇੱਕੋ ਡੂੰਘਾਈ 'ਤੇ ਇੱਕੋ ਜਿਹਾ ਦਾਬ ਲਗਾਉਂਦੇ ਹਨ। ਅਤੇ ਉਸ ਤੋਂ ਬਾਅਦ ਇਹ ਦਾਬ ਜੋ ਹੈ ਦਰਵਾਂ ਦੁਆਰਾ ਲਗਾਇਆ ਜਾਂਦਾ ਹੈ। ਕੀ ਹੁੰਦਾ ਹੈ? ਦਰਵ ਦੇ ਕਾਲਮ ਦੀ ਉਚਾਈ 'ਤੇ ਨਿਰਭਰ ਕਰਦਾ ਹੈ। ਇਸ ਤੋਂ ਬਾਅਦ ਵਾਯੂਮੰਡਲ ਵਿੱਚ ਮੌਜੂਦ ਹਵਾ ਦੁਆਰਾ ਲਗਾਏ ਗਏ ਦਾਬ ਨੂੰ ਵਾਯੂਮੰਡਲ ਦਾਬ ਆਖਦੇ ਹਨ। ਇੱਥੇ ਗਲਤ ਲਿਖਿਆ ਹੋਇਆ ਹੈ ਵਾਯੂਮੰਡਲ ਆਉਣਾ। ਉਸ ਤੋਂ ਬਾਅਦ ਉਚਾਈ 'ਤੇ ਜਾਣ 'ਤੇ ਕੀ ਹੁੰਦਾ ਹੈ? ਵਾਯੂਮੰਡਲੀ ਦਾਬ ਘਟਦਾ ਹੈ।
ਐਟਮੋਸਫੇਰਿਕ ਪ੍ਰੈਸ਼ਰ ਡਿਕਰੀਜ਼ਸ ਵਿਦ ਐਲਟੀਟਿਊਡ। ਉਸ ਤੋਂ ਬਾਅਦ ਹੈ ਲਾਸਟ ਅਸੀਂ ਦੇਖਿਆ ਵਾਯੂਮੰਡਲੀ ਦਾਬ ਨੂੰ ਬੈਰੋਮੀਟਰ ਨਾਮਕ ਯੰਤਰ ਨਾਲ ਮਾਪਿਆ ਜਾਂਦਾ ਹੈ। ਸੋ ਇਹ ਸੀ ਸਾਡਾ ਦਾਬ ਅਤੇ ਪ੍ਰੈਸ਼ਰ ਪਾਠ ਨੰਬਰ 11 ਦਾ ਦੂਜਾ ਭਾਗ, ਦਾਬ, ਬਲ ਅਤੇ ਦਾਬ ਦਾ ਯਾਨੀ ਕਿ ਫੋਰਸ ਐਂਡ ਪ੍ਰੈਸ਼ਰ ਦਾ ਪਾਠ 11 ਦਾ ਦੂਜਾ ਭਾਗ, ਦਾਬ ਪ੍ਰੈਸ਼ਰ। ਸੋ ਆਸ ਹੈ ਤੁਹਾਨੂੰ ਸਮਝ ਲੱਗਿਆ ਹੋਵੇਗਾ। ਅਗਲੇ ਲੈਕਚਰ, ਅਗਲੇ ਪਾਠ ਨਾਲ ਫਿਰ ਮਿਲਾਂਗੇ। ਧੰਨਵਾਦ।